ਐਕਸਪੀਰੀਅੰਸ ਹੋਲਡਰ ਨਹੀਂ ਹੈ। ਕੰਮ ਸਰਕਾਰ ਦੇ ਅਫੀਸਰਾਂ ਨੇ ਕਰਨੇ ਚਾਹੀਦੇ ਨੇ। ਉਹ ਇਹਨਾਂ ਦੇ ਮੰਤਰੀ ਸਕੂਲਾਂ 'ਚ ਜਾ ਕੇ ਰੇਟ ਮਾਰਦੇ ਨੇ, ਹਸਪਤਾਲਾਂ ਵਿੱਚ ਰੇਟ ਮਾਰਦੇ ਆ। ਲੱਗ ਰਿਹਾ ਕਿ ਕਿਤੇ ਨਾ ਕਿਤੇ ਪੰਜਾਬ ਪੁਲਿਸ ਦੇ ਇਹ ਹੱਥ ਖਿੱਚਦੇ ਨੇ। ਉਹਨਾਂ ਨੂੰ ਕੰਮ ਸਹੀ ਮੈਨਰ ਨਾਲ ਖੁੱਲ੍ਹੇ ਤੌਰ 'ਤੇ ਉਹਨਾਂ ਨੂੰ ਕੰਮ ਕਰਨ ਨਹੀਂ ਦੇ ਰਹੀ ਸਰਕਾਰ। ਇਹਦਾ ਜਿਹੜਾ ਕੰਮ ਆਇਆ ਤਾਂ ਇਹ ਜਿਹੜਾ ਭਾਈਚਾਰਾ ਖਤਮ ਹੋਣ ਦਾ ਕਾਰਨ ਹੀ ਇਹ ਹੈਗਾ ਕਿ ਪੰਜਾਬ ਦੀ ਬੇਅਦਬੀ ਬੜੇ ਉੱਚੇ ਪੱਧਰ 'ਤੇ ਹੋਈਆਂ, ਡਰੱਗ ਮਾਫੀਆ ਬੜੇ ਉੱਚੇ ਪੱਧਰ 'ਤੇ ਅੱਜ ਵੀ ਚੱਲ ਰਿਹਾ। ਦੇਖੋ ਜੇ ਸਰਕਾਰ ਕਹਿੰਦੀ ਸੀ ਕਿ ਸਾਡੀ ਸਰਕਾਰ ਬਣੇਗੀ, ਡਰੱਗ ਮਾਫੀਆ ਜਿੱਦਾਂ ਕੈਪਟਨ ਸਾਹਿਬ ਨੇ ਕਿਹਾ ਮਿੰਟੋ ਮਿੰਟ ਜਾਤੀ ਦੀ ਛੜੀਆਂ ਨੂੰ ਖਤਮ ਕਰ ਦੇਣਗੇ। ਲੇਕਿਨ ਅੱਜ ਕੀ ਸਥਿਤੀ ਹੈ, ਇੱਕ ਬੰਦੇ ਦੇ ਬਲੇਮ ਕਰਕੇ ਜਿਹਨੂੰ ਜੇਲ੍ਹ ਦੇ ਵਿੱਚ ਭੇਜਤਾ ਨਾਲ ਅਕਾਲੀ ਲੀਡਰ, ਉਹ ਤੇ 2-3 ਮਹੀਨੇ ਅੰਦਰ ਰਿਹਾ। ਜੇ ਉਹ ਡਰੱਗ ਮਾਫੀਆ ਦੇ ਨਾਲ ਮਿਲਿਆ ਸੀ, ਕੰਮ ਕਰਦਾ ਸੀ, ਤਾਂ ਫਿਰ ਉਹਦਾ ਮਤਲਬ ਬੰਦ ਹੋਣਾ ਚਾਹੀਦਾ ਸੀ ਨਾ। ਲੇਕਿਨ ਡਰੱਗ ਅੱਜ ਵੀ ਵਿਕ ਰਹੀ ਹੈ, ਬੜੇ ਉੱਚੇ ਪੱਧਰ 'ਤੇ ਵਿਕ ਰਹੀ ਹੈ। ਜੇ ਬੰਦਾ ਇੱਕ ਸੀਐਮ ਪਦ ਤੇ ਬਹਿ ਕੇ ਫਸਲ ਦੀ ਰਾਜਨੀਤੀ ਕਰੂਗਾ ਤਾਂ ਉਹ ਸਰਕਾਰ ਪੰਜਾਬ ਦੇ ਵਿੱਚ ਨਹੀਂ ਚਲਾ ਸਕਦਾ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਤੁਹਾਡਾ ਆਪਣਾ ਰਮਨਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ 7C ਨਿਊਜ਼। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ 3 ਮਹੀਨੇ ਤੋਂ ਬਾਅਦ ਹੀ ਜਿਹੜੇ ਹਾਲਾਤ ਨੇ ਬਹੁਤ ਜ਼ਿਆਦਾ ਜਿਹੜੇ ਕਿ ਬੱਤਰ ਹੋ ਗਏ ਨੇ। ਬਹੁਤ ਸਾਰੀ ਹੱਤਿਆਵਾਂ ਵੀ ਹੋ ਰਹੀਆਂ ਹੈ। ਇੱਕ ਲੀਜੈਂਡ ਜਿਹੜਾ ਕਿ ਕਲਾਕਾਰ ਮੰਨਿਆ ਜਾਂਦਾ ਸੀ ਸਿੱਧੂ ਮੂਸੇਵਾਲਾ, ਉਹਦਾ ਦਿਨ ਦਿਹਾੜੇ ਜਿਹੜਾ ਕਿ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸੋ ਬਹੁਤ ਸ਼ਰਮਨਾਕ ਗੱਲ ਹੈ ਪੰਜਾਬ ਦੇ ਲਈ, ਜਿੱਥੇ ਕਿ ਪੂਰਾ ਪੰਜਾਬ ਦੇ ਨੌਜਵਾਨ ਬਜ਼ੁਰਗ ਹਰ ਇੱਕ ਦੇ ਦਿਲ ਦੇ ਵਿੱਚ ਜਿਹੜਾ ਕਿ ਉਹਦੇ ਲਈ ਪੂਰਾ ਪਿਆਰ ਸੀਗਾ, ਉਹ ਇਸ ਵੇਲੇ ਗਮਗੀਨ ਨੇ ਸਾਰੇ ਦੇ ਸਾਰੇ। ਤੇ ਹੋਰ ਵੀ ਬਹੁਤ ਸਾਰੇ ਕਤਲ ਕਾਂਡ ਹੋਏ ਨੇ ਪੰਜਾਬ ਦੇ ਵਿੱਚ। ਹੋਰ ਵੀ ਹਿੱਸਿਆਂ ਦੇ ਵਿੱਚ ਇੱਕ ਬੱਸ ਜਿਹੜੀ ਕਿ ਲੁੱਟੀ ਜਾਂਦੀ ਆ। ਅੰਮ੍ਰਿਤਸਰ ਦੇ ਵਿੱਚ ਨੌਜਵਾਨ ਜਿਹੜੇ ਕਿ ਇੱਕ ਦੂਜੇ ਨੂੰ ਗੋਲੀਆਂ ਮਾਰਦੇ ਨੇ ਤੇ ਉੱਥੇ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ। ਸੋ ਕੁਝ ਖਾਸ ਮੁੱਦਿਆਂ ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਜੁੜੇ ਨੇ ਪੰਜਾਬ ਦੇ ਸ਼ਿਵ ਸੈਨਾ ਦੇ ਪ੍ਰਧਾਨ, ਸ਼ਿਵ ਸੈਨਾ ਬਾਲ ਠਾਕਰੇ ਦੇ ਪ੍ਰਧਾਨ ਯੋਗਰਾਜ ਸ਼ਰਮਾ ਜੀ। ਸਤਿ ਸ਼੍ਰੀ ਅਕਾਲ, ਤੁਹਾਡਾ ਬਹੁਤ ਬਹੁਤ ਸਵਾਗਤ। ਬਹੁਤ ਬਹੁਤ ਧੰਨਵਾਦ, ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ। ਯੋਗਰਾਜ ਜੀ, ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਬਹੁਤ ਵੱਡੇ ਵੱਡੇ ਵਾਅਦੇ ਤੇ ਦਾਅਵੇ ਕੀਤੇ ਸਨ, ਪਰ ਜੋ ਹੁਣ ਜੇ ਹਾਲਾਤ ਦੇਖੀਏ ਪੰਜਾਬ ਦੇ ਤਾਂ ਕੁਝ ਖਾਸ ਚੰਗੇ ਨਜ਼ਰ ਨਹੀਂ ਆ ਰਹੇ ਨੇ। ਇਸ ਹਾਲਾਤਾਂ ਦੇ ਬਾਰੇ ਵਿੱਚ ਤੁਹਾਨੂੰ ਕੀ ਕਹਿਣਾ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਕਾਰਗੁਜ਼ਾਰੀ ਕਿਸ ਤਰੀਕੇ ਨਾਲ ਚੱਲ ਰਹੀ? ਦੇਖੋ, ਸਭ ਤੋਂ ਪਹਿਲਾਂ ਤਾਂ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਇੱਕ ਬੜੇ ਉੱਚੇ ਪੱਧਰ 'ਤੇ ਬਦਲਾਵ ਲਿਆ ਕੇ ਇੱਕ ਨਵੀਂ ਪਾਰਟੀ ਨੂੰ ਪੰਜਾਬ ਦੇ ਵਿੱਚ ਰਾਜ ਕਰਨ ਦਾ ਮੌਕਾ ਦਿੱਤਾ, ਉਪੇਖਿਆ ਕੀਤੀਆਂ। ਕਿਉਂਕਿ ਪਿਛਲੀਆਂ ਸਰਕਾਰਾਂ ਨੇ ਜੋ ਕੁਝ ਪੰਜਾਬ ਦੇ ਵਿੱਚ ਬੇਅਦਬੀ ਹੋਈ ਆ, ਡਰੱਗਜ਼ ਮਾਫੀਆ ਚੱਲ ਰਿਹਾ, ਮਾਈਨਿੰਗ ਮਾਫੀਆ ਚੱਲ ਰਿਹਾ, ਇਹਦੇ ਤੋਂ ਲੋਕਾਂ ਨੇ ਦੁਖੀ ਹੋ ਕੇ, ਕਿਉਂਕਿ ਪੰਜਾਬ ਦਾ ਜਿਹੜਾ ਪਾਣੀ ਦਾ ਸਤਰ ਉਹ ਵੀ ਕਾਫੀ ਥੱਲੇ ਚਲਾ ਗਿਆ, ਤਾਂ ਲੋਕਾਂ ਨੇ ਇੱਕ ਨਵੀਂ ਸਰਕਾਰ ਚੁਣੀ। ਲੇਕਿਨ ਨਵੀਂ ਸਰਕਾਰ ਦੇ ਵਿੱਚ ਕੀ ਹੋਇਆ ਵੀ ਜਦੋਂ ਨਵੀਂ ਸਰਕਾਰ ਆਈ ਹੈ ਤਾਂ ਲਾਅ ਐਂਡ ਆਰਡਰ ਦੀ ਜਿਹੜੀ ਪੰਜਾਬ ਦੀ ਸਥਿਤੀ ਆ ਉਹ ਬੱਤਰ ਹੋ ਗਈ। ਉਹਦੀ ਵਜ੍ਹਾ ਸੀ ਕਿ ਜਿਹੜੇ ਵੀ ਨਵੇਂ ਅਫੀਸਰ ਇਹਨਾਂ ਨੇ ਲਾਏ ਨੇ ਪੰਜਾਬ ਪੁਲਿਸ ਦੇ ਵਿੱਚ ਬਿਨਾਂ ਐਕਸਪੀਰੀਅੰਸ ਤੋਂ ਲਾਤੇ। ਦੂਜੀ ਗੱਲ, ਜੇ ਲਾਤੇ ਆ ਤਾਂ ਉਹਨਾਂ ਨੂੰ ਸਮੇਂ ਨਹੀਂ ਦੇ ਪਾ ਰਹੇ। ਆਏ ਦਿਨ ਜੋ ਸਰਕਾਰ ਉਹਨਾਂ ਨੂੰ ਕਹਿੰਦੀ ਹੈ, ਜਾਂ ਤਾਂ ਪੁਲਿਸ ਦੇ ਹੱਥ ਖੋਲ੍ਹਦੇ ਸਰਕਾਰ ਵੀ ਤੁਸੀਂ ਵੀ ਲਾਅ ਐਂਡ ਆਰਡਰ ਦੀ ਸਥਿਤੀ ਸਹੀ ਕਰਨੀ ਹੈ, ਉਹਦੇ ਬਾਅਦ ਜੋ ਮਰਜ਼ੀ ਕਰੋ। ਸਰਕਾਰ ਉਹਨਾਂ ਦੇ ਹੱਥ ਨਹੀਂ ਖੋਲ੍ਹ ਰਹੀ। ਸਰਕਾਰ ਐਕਸਪੀਰੀਅੰਸ ਹੋਲਡਰ ਨਹੀਂ ਹੈ। ਇਸ ਕਰਕੇ ਸਭ ਤੋਂ ਵੱਡੀ ਅਹਿਮ ਗੱਲ ਇਹ ਹੈਗੀ ਵੀ ਜਿਹੜੀ ਸਰਕਾਰ ਨੂੰ ਐਕਸਪੀਰੀਅੰਸ ਨਹੀਂ ਹੈ। ਦੂਜਾ, ਅਫਸਰਾਂ ਨੂੰ ਆਪਣੀ ਮਰਜ਼ੀ ਦੇ ਨਾਲ ਪੰਜਾਬ ਦੇ ਵਿੱਚ ਕੰਮ ਕਰਨ ਨਹੀਂ ਦਿੱਤਾ ਜਾ ਰਿਹਾ ਜੀ। ਜਿਸ ਤਰ੍ਹਾਂ ਅਸੀਂ ਪਹਿਲੇ ਵੀ 29 ਤਰੀਕ ਦੇ ਐਪੀਸੋਡ ਨੂੰ ਲੈ ਕੇ ਚੱਲ ਜੀ, ਜਿਹੜਾ ਪਟਿਆਲੇ 'ਚ ਹੋਇਆ, ਜਿਸ ਤਰ੍ਹਾਂ ਆਪਾਂ 10 ਦਿਨ ਪਹਿਲੇ ਉੱਥੋਂ ਦੇ ਐਸਐਸਪੀ ਸਾਹਿਬ ਨੂੰ ਜਾਂ 4 ਦਿਨ ਪਹਿਲੇ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਇੱਕ ਚੀਜ਼ਾਂ ਤੋਂ ਅਵਗਤ ਕਰਵਾਤਾ। ਇਹ ਸਾਡਾ ਕੋਈ ਪ੍ਰੋਗਰਾਮ ਨਹੀਂ ਹੈ। ਪੰਜਾਬ ਦੀ ਅਮਨ ਸ਼ਾਂਤੀ ਬਰਕਰਾਰ ਰਹਿਣੀ ਚਾਹੀਦੀ ਹੈ। ਇਹਦੇ ਵਿੱਚ ਤਾਂ ਸਰਕਾਰ ਦੀ ਡਿਊਟੀ ਬਣਦੀ ਹੈ ਨਾ ਵੀ ਸਰਕਾਰ ਜਿਹੜੇ ਵਿਅਕਤੀ ਵੀ ਪੰਜਾਬ ਦੇ ਵਿੱਚ ਐਸੇ ਅਪਸ਼ਬਦ ਬੋਲ ਕੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਖਰਾਬ ਕਰਨਾ ਚਾਹੁੰਦੇ ਆ, ਤਾਂ ਸਰਕਾਰ ਨੂੰ ਚਾਹੀਦਾ ਸੀ ਪਹਿਲੇ ਹਫ਼ਤਾ ਚੁੱਕ ਕੇ ਉਹਨਾਂ ਨੂੰ ਘਰਾਂ ਵਿੱਚ ਬੰਦ ਕਰੋ, ਜੇਲ੍ਹਾਂ 'ਚ ਬੰਦ ਕਰੋ, ਤਾਂ ਜੋ ਪੰਜਾਬ ਦੀ ਅਮਨ ਸ਼ਾਂਤੀ। ਡਿਸੀਜਨ ਮੇਕਰ ਸਰਕਾਰ ਦੇ ਵਿੱਚ ਜਾਂ ਪੁਲਿਸ ਪ੍ਰਸ਼ਾਸਨ ਦੇ ਵਿੱਚ ਐਸੇ ਅਫੀਸਰ ਹੋਣੇ ਚਾਹੀਦੇ ਆ, ਸਰਕਾਰ ਦੇ ਵਿੱਚ ਐਸੇ ਅਫੀਸਰ ਹੋਣੇ ਚਾਹੀਦੇ ਆ, ਡਿਸੀਜਨ ਮੇਕਰ ਹੋਣੇ ਚਾਹੀਦੇ ਨੇ ਜੀ। ਵੀ ਜੋ ਕੁਛ ਕਹਿ ਤਾ, ਮਹਾਰਾਸ਼ਟਰ ਦੇ ਵਿੱਚ ਹਿੰਦੁਸਤਾਨ ਦੀ ਆਰਥਿਕ ਰਾਜਧਾਨੀ ਹੈ, ਸ਼ਿਵ ਸੈਨਾ ਦੀ ਸਰਕਾਰ ਚੱਲ ਰਹੀ ਹੈ, ਲੇਕਿਨ ਉੱਥੇ ਸੁਣਨ ਨੂੰ ਤੁਹਾਨੂੰ ਮਿਲ ਰਿਹਾ ਵੀ ਉੱਥੇ ਲਾਅ ਐਂਡ ਆਰਡਰ ਦੀ ਸਥਿਤੀ ਮਾੜੀ ਹੈ। ਤਾਂ ਇਸ ਕਰਕੇ ਪੰਜਾਬ ਦੇ ਵਿੱਚ ਲੋਕਾਂ ਨੇ ਜਿਹੜੀ ਉਪੇਖਿਆ ਕੀਤੀਆਂ, ਨਵੀਂ ਸਰਕਾਰ ਆ, ਬਿਨਾਂ ਐਕਸਪੀਰੀਅੰਸ ਹੋਲਡਰ ਦੇ ਇਹ ਬੰਦੇ ਨੇ, ਐਕਸਪੀਰੀਅੰਸ ਕੋਈ ਨਹੀਂ ਹੈਗਾ। ਇਹਨਾਂ ਦੇ ਜਿਹੜੇ ਮੰਤਰੀ ਹੈ, ਜਿਹੜੇ ਕੰਮ ਸਰਕਾਰ ਦੇ ਅਫੀਸਰਾਂ ਨੇ ਕਰਨੇ ਚਾਹੀਦੇ ਨੇ, ਉਹ ਇਹਨਾਂ ਦੇ ਮੰਤਰੀ ਸਕੂਲਾਂ 'ਚ ਜਾ ਕੇ ਰੇਟ ਮਾਰਦੇ ਨੇ, ਹਸਪਤਾਲਾਂ ਵਿੱਚ ਰੇਟ ਮਾਰਦੇ ਆ। ਜਦ ਕਿ ਇਹਨਾਂ ਨੂੰ ਚਾਹੀਦਾ ਹੈਗਾ ਵੀ ਸਿੱਖਿਆ ਬੋਰਡ, ਜਦੋਂ ਤੁਸੀਂ ਸਕੂਲਾਂ ਨੂੰ ਚੈੱਕ ਕਰਨ ਜਾਂਦੇ ਹੋ, ਤਾਂ ਜਿਹੜੇ ਉੱਥੇ ਅਫੀਸਰ ਆ, ਜ਼ਿਲ੍ਹਾ ਸਿੱਖਿਆ ਦਾ ਜਿਹੜਾ ਉੱਚ ਅਧਿਕਾਰੀ ਆ, ਉਹਦੇ ਨਾਲ ਟੀਮ ਬਣਾਓ ਨਾ, 10 ਬੰਦੇ ਦੀ ਗਠਿਤ ਕਰੋ ਵੀ ਤੁਸੀਂ ਜਾਓ ਸਕੂਲਾਂ 'ਚ। ਇੱਕ ਲੋਕਾਂ ਨੇ ਐਮਐਲਏ ਨੂੰ ਜਿਤਾ ਕੇ ਭੇਜਿਆ ਵਿਧਾਨ ਸਭਾ 'ਚ, ਇਹਦਾ ਮਤਲਬ ਇਹ ਥੋੜ੍ਹੀ ਹੋਊਗਾ ਤੁਸੀਂ ਸਿੱਖਿਆ ਅਧਿਕਾਰੀ ਜ਼ਿਲ੍ਹੇ ਦੇ ਉੱਚ ਅਧਿਕਾਰੀ ਬਣ ਗਏ। ਤੇ ਜਿਹੜਾ ਕੰਮ
ਕਿਸੇ ਮਹਿਕਮੇ ਦਾ ਹੈਗਾ, ਉਸ ਮਹਿਕਮੇ ਦੇ ਕਿਸੇ ਹੋਣਹਾਰ ਅਫੀਸਰ ਨੂੰ, ਇਮਾਨਦਾਰ ਅਫੀਸਰ ਨੂੰ ਦਿੱਤਾ ਜਾਵੇ। ਇਸੇ ਤਰ੍ਹਾਂ ਇਮਾਨਦਾਰ ਅਫੀਸਰ ਜਿਹੜੇ ਪੰਜਾਬ ਪੁਲਿਸ 'ਚ ਲਿਆਏ ਜਾਣ ਔਰ ਉਹਨਾਂ ਨੂੰ ਫੁੱਲ ਪਾਵਰਾਂ ਦਿੱਤੀਆਂ ਜਾਣ। ਮੈਨੂੰ ਜੋ ਲੱਗ ਰਿਹਾ ਵੀ ਕਿਤੇ ਨਾ ਕਿਤੇ ਪੰਜਾਬ ਪੁਲਿਸ ਦੇ ਇਹ ਹੱਥ ਖਿੱਚਦੇ ਨੇ, ਉਹਨਾਂ ਨੂੰ ਕੰਮ ਸਹੀ ਮਾਇਨੇ ਨਾਲ ਖੁੱਲ੍ਹੇ ਤੌਰ 'ਤੇ ਉਹਨਾਂ ਨੂੰ ਕੰਮ ਕਰਨ ਨਹੀਂ ਦੇ ਰਹੀ ਹੈ ਸਰਕਾਰ। ਤੇ ਇਹਦਾ ਜਿਹੜਾ ਖਮਿਆਜਾ ਹੈਗਾ ਉਹ ਲਾਅ ਐਂਡ ਆਰਡਰ ਦੀ ਸਥਿਤੀ ਅੱਜ ਪੰਜਾਬ ਦੀ। ਪ੍ਰਧਾਨ ਜੀ, ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤੇ ਇੱਕ ਅਜਿਹਾ ਚਿਹਰਾ ਜਿਹੜਾ ਕਿ ਇਮਾਨਦਾਰ ਦੇ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਨੇ ਦਿਖਾਇਆ ਸੀ, ਉਹਨੂੰ ਕੁੰਵਰ ਵਿਜੇ ਪ੍ਰਤਾਪ ਸਿੰਘ ਐਮਐਲਏ ਨੇ ਅੰਮ੍ਰਿਤਸਰ ਤੋਂ। ਜੀ ਉਹਨਾਂ ਦਾ ਨਾਮ ਬੜਾ ਆਇਆ ਸੀ ਜਦੋਂ ਮੰਤਰੀ ਮੰਡਲ ਬਣਨਾ ਸੀਗਾ ਤੇ ਲੋਕਾਂ ਨੇ ਬਹੁਤ ਸਾਰੇ ਅਪੇਖਾਵਾਂ ਕੀਤੀਆਂ ਸੀ ਕਿ ਇਹ ਚਿਹਰਾ ਜਿਹੜਾ ਹੈ, ਇਹ ਸ਼ਖਸੀਅਤ ਹੈ, ਮੰਤਰੀ ਮੰਡਲ ਦੇ ਵਿੱਚ ਸ਼ਾਮਲ ਹੋਏਗੀ ਕਿਉਂਕਿ ਬਹੁਤ ਜ਼ਿਆਦਾ ਐਕਸਪੀਰੀਅੰਸ ਹੈ, ਪੁਲਿਸ ਦੇ ਵਿੱਚ ਆਈਜੀ ਰਹੇ ਨੇ, ਅਸਤੀਫਾ ਦੇ ਕੇ ਆਏ ਨੇ, ਬਹੁਤ ਵੱਡੇ ਕੇਸ ਦੇ ਵਿੱਚ ਇਹਨਾਂ ਨੇ ਬਹੁਤ ਨਵੀਆਂ ਚੀਜ਼ਾਂ ਜਿਹੜੀਆਂ ਕਿ ਸਾਹਮਣੇ ਲਿਆ ਕੇ ਰੱਖੀਆਂ ਸੀਗੀਆਂ। ਹੁਣ ਉਹ ਮੰਤਰੀ ਮੰਡਲ ਦੇ ਵਿੱਚ ਨਹੀਂ ਹੈ, ਹਾਲਾਂਕਿ ਐਮਐਲਏ ਨੇ ਆਪਣਾ ਕੰਮ ਕਰ ਰਹੇ ਨੇ। ਬਹੁਤ ਸਾਰੇ ਲੋਕਾਂ ਦੀ ਸਾਨੂੰ ਵੀ ਮੈਸੇਜ ਆਉਂਦੇ ਨੇ, ਰਾਏ ਆਉਂਦੀ ਹੈ ਕਿ ਇਸ ਮੁੱਦੇ ਨੂੰ ਚੁੱਕਿਆ ਜਾਵੇ ਕਿ ਉਸ ਸ਼ਖਸੀਅਤ ਬਾਰੇ ਤੁਹਾਡੀ ਕੀ ਰਾਏ ਹੈ? ਦੇਖੋ, ਸਰਕਾਰਾਂ ਜਦੋਂ ਤੋਂ ਕੋਈ ਚਲਾ ਰਿਹਾ ਨਾ, ਉਹ ਆਈਐਸ ਅਫੀਸਰ ਚਲਾਉਂਦੇ ਆ। ਜੀ। ਪ੍ਰਸ਼ਾਸਨ ਨੂੰ ਜਿਹੜਾ ਚਲਾ ਰਿਹਾ ਜਾਂ ਪੰਜਾਬ ਪੁਲਿਸ ਨੂੰ ਚਲਾ ਰਿਹਾ ਆਈਪੀਐਸ, ਜਿਹੜੇ ਲੜਕੇ ਜਿਹੜੇ ਪੜ੍ਹਿਆ, ਜਿਨ੍ਹਾਂ 'ਚ क्षमता ਕੰਮ ਕਰਨ ਦੀ, ਜਿਨ੍ਹਾਂ ਨੂੰ ਬਹੁਤ ਕੁਝ ਸਿਖਾਇਆ ਜਾਂਦਾ, ਉਹਨਾਂ ਦੀ ਜਿਹੜੀ ਟ੍ਰੇਨਿੰਗ ਹੁੰਦੀ ਆ, ਉਹਦੇ ਵਿੱਚ ਉਹ ਬੱਚੇ ਪੜ੍ਹਦੇ ਉਹਨਾਂ ਨੂੰ ਅੱਖਾਂ ਨੂੰ ਚਸ਼ਮੇ ਲੱਗ ਜਾਂਦੇ ਨੇ। ਜੀ। ਮਤਲਬ ਕਿ ਪੜ੍ਹਾਈ ਕੀਤੀ ਆ, ਪ੍ਰਸ਼ਾਸਨ ਨੂੰ ਕਿਵੇਂ ਚਲਾਉਣਾ, ਸਰਕਾਰਾਂ ਨੂੰ ਆਈਐਸ ਚਲਾਉਂਦੇ ਨੇ। ਅਤੇ ਹਿੰਦੁਸਤਾਨ ਦੇ ਸੰਵਿਧਾਨ ਦੇ ਵਿੱਚ ਇੱਕ ਚੀਜ਼ ਹੋਰ ਬਹੁਤ ਜਿਹੜੀ ਚੇਂਜ ਕਰਨ ਵਾਲੀ ਹੈ ਵੀ ਇੱਕ ਬੰਦਾ ਅਨਪੜ੍ਹ ਇਲੈਕਸ਼ਨ ਲੜਦਾ ਤਾਂ ਐਮਐਲਏ ਬਣ ਜਾਂਦਾ, ਇੱਕ ਬੱਚਾ ਪੜ੍ਹ ਲਿਖ ਕੇ ਆਈਐਸ ਬਣਦਾ, ਤੇ ਇੱਕ ਆਪਣੇ ਆਪ ਨੂੰ ਕਿਸੇ ਪਾਰਟੀ ਦਾ ਨੁਮਾਇੰਦਾ ਬਣ ਕੇ ਐਮਐਲਏ ਬਣ ਕੇ ਅਨਪੜ੍ਹ ਬੰਦਾ 8 ਪੜ੍ਹ ਕੇ 10 ਪੜ੍ਹ ਕੇ ਉਹ ਆਈਐਸ ਬੰਦੇ ਨੂੰ ਕੰਮ ਨਹੀਂ ਕਰਨ ਦਿੰਦਾ। ਮਤਲਬ ਕਿ ਉਹ ਆਪਣੀ ਬਾਣੀ ਦਾ ਪ੍ਰਯੋਗ ਕੋਈ ਕਰਦਾ ਜਿਹੜੀ ਉਹਦੀਆਂ ਕਿਤਾਬਾਂ ਵਿੱਚ ਨਹੀਂ ਲਿਖੀ। ਤੇ ਕਿਤੇ ਨਾ ਕਿਤੇ ਜਿਸ ਤਰ੍ਹਾਂ ਕੁੰਵਰ ਵਿਜੇ ਪ੍ਰਤਾਪ ਦੀ ਤੁਸੀਂ ਗੱਲ ਕੀਤੀ ਹੈ, ਇੱਕ ਇਮਾਨਦਾਰ ਅਫੀਸਰ ਨੇ, ਕਈ ਵੱਡੇ ਕੇਸਾਂ ਦੇ ਵਿੱਚ ਛਿੱਟਾਂ ਹੋਣੀਆਂ ਪੰਜਾਬ ਦੇ ਵਿੱਚ। ਜੀ। ਉਹਨਾਂ ਦੀ ਇਮਾਨਦਾਰੀ ਦਾ ਪਰਿਚੈ ਦਿੱਤਾ ਜਾਂਦਾ ਸੀ। ਮੈਨੂੰ ਯਾਦ ਹੈ ਵੀ ਜਦੋਂ ਐਸਐਸਪੀ ਅੰਮ੍ਰਿਤਸਰ 'ਚ ਲੱਗੇ ਸੀਗੇ ਤਾਂ ਮੈਨੂੰ ਲੱਗਦਾ ਸੀਗਾ ਵੀ ਪੂਰੇ ਅੰਮ੍ਰਿਤਸਰ ਦਾ ਜਿੰਨਾ ਵੀ ਤਾਮਝਾਮ ਹੈ, ਚਾਹੇ ਉਹ ਕੋਈ ਰਾਜਨੀਤਿਕ ਪਾਰਟੀ ਨਾਲ ਜੁਆਇੰਟ ਲੋਕ ਸੀਗੇ, ਉਹਨਾਂ ਦੇ ਦਫ਼ਤਰ ਜਾਂਦੇ ਡਰਦੇ ਸੀਗੇ ਵੀ ਕਿਸੇ ਦੀ ਸਿਫਾਰਿਸ਼ ਕਿਸ ਤਰ੍ਹਾਂ ਕਰਨੀ ਹੈ। ਤਾਂ ਉਹ ਇਮਾਨਦਾਰ ਅਫੀਸਰ ਸੀਗੇ, ਲੋਕਾਂ ਨੇ ਅਪੇਖਾ ਕੀਤੀਆਂ ਸੀ ਕਿ ਵੀ ਉਹਨਾਂ ਨੂੰ ਜਿਤਾਓ, ਤਾਂ ਜੋ ਪੰਜਾਬ ਦਾ ਇੱਕ ਐਸਾ ਗ੍ਰਹਿ ਮੰਤਰਾਲਾ ਲੋਕਾਂ ਦੀ ਸੋਚ ਵੀ ਗ੍ਰਹਿ ਮੰਤਰਾਲੇ ਦਾ ਪਦ ਜਿਹੜਾ ਅਗਰ ਇਸ ਅਫੀਸਰ ਨੂੰ ਦਿੱਤਾ ਜਾਏ ਤਾਂ ਵਧੀਆ ਤਰੀਕੇ ਨਾਲ ਪੰਜਾਬ ਨੂੰ ਮੇਨਟੇਨ ਕਰ ਸਕਦੇ ਆ। ਲੇਕਿਨ ਇੱਕ ਦੁਰਭਾਗੇ ਰਿਹਾ ਪੰਜਾਬ ਦਾ ਵੀ ਉਹ ਪੜ੍ਹਿਆ ਲਿਖਿਆ ਆਈਪੀਐਸ ਅਫੀਸਰ ਨੇ, ਉਹ ਕਿਤੇ ਲਾਈਨ ਦੇ ਵਿੱਚੋਂ ਅੱਗੇ ਨਾ ਨਿਕਲ ਜਾਣ। ਤੇ ਇਸ ਕਰਕੇ ਜਿਹੜੇ ਲੋਕ ਆ ਰਾਜਨੀਤਿਕ ਲੋਕ, ਇਹ ਚਾਹੁੰਦੇ ਨਹੀਂ ਕਿ ਕੋਈ ਪੜ੍ਹਿਆ ਲਿਖਿਆ ਵਿਅਕਤੀ ਕੋਈ ਐਸਾ ਹੋਣਹਾਰ ਜਿਹੜਾ ਇਸ ਪਦ 'ਤੇ ਬੈਠੇ, ਤਾਂ ਜੋ ਜਿਹੜੀ ਸਾਡਾ ਜਿਹੜਾ ਪੰਜਾਬ ਦਾ ਸੂਬਾ ਜਿਹੜਾ 50 ਸਾਲ ਪਿੱਛੇ ਚੱਲ ਗਿਆ, ਸਾਡੇ ਲੋਕਾਂ ਦੀ ਗਲਤੀਆਂ ਨਾਲ 50 ਸਾਲ ਪਿੱਛੇ ਚੱਲ ਗਿਆ। ਡਰੱਗਾਂ ਨੇ ਬੇੜਾਗਰ ਕਰਦਾ, ਬੇਅਬਦੀਆਂ ਹੋ ਰਹੀਆਂ ਨੇ, ਲੋਕ ਇੱਕ ਦੂਜੇ ਦਾ ਸਿੱਖ ਮੈਜੋਰਟੀ, ਹਿੰਦੂ ਮੈਜੋਰਟੀ ਜਾਂ ਈਸਾਈ ਮਸੀਹ ਇੱਕ ਦੂਜੇ ਨੂੰ ਆਪਾਂ ਸ਼ੱਕ ਦੀ ਨਿਗਾਹ ਨਾਲ ਦੇਖਦੇ ਹਾਂ। ਤਾਂ ਇਹ ਜਿਹੜਾ ਭਾਈਚਾਰਾ ਖਤਮ ਹੋਣ ਦਾ ਕਾਰਨ ਹੀ ਇਹ ਹੈਗਾ ਵੀ ਪੰਜਾਬ 'ਚ ਬੇਅਬਦੀਆਂ ਬੜੇ ਉੱਚੇ ਪੱਧਰ 'ਤੇ ਹੋਈਆਂ, ਡਰੱਗ ਮਾਫੀਆ ਬੜੇ ਉੱਚੇ ਪੱਧਰ 'ਤੇ ਅੱਜ ਵਿਚਾਰੇ। ਦੇਖੋ, ਜੇ ਸਰਕਾਰ ਕਹਿੰਦੀ ਸੀ ਕਿ ਸਾਡੀ ਸਰਕਾਰ ਬਣੇਗੀ, ਡਰੱਗ ਮਾਫੀਆ ਜਿੱਦਾਂ ਕੈਪਟਨ ਸਾਹਿਬ ਨੇ ਕਿਹਾ ਮਿੰਟੋ ਮਿੰਟ ਜਾਦੂ ਦੀ ਛੜੀਆਂ ਨੂੰ ਖਤਮ ਕਰ ਦਿਆਂਗੇ, ਲੇਕਿਨ ਅੱਜ ਕੀ ਸਥਿਤੀ ਹੈ? ਇੱਕ ਬੰਦੇ ਤੇ ਬਲੇਮ ਕਰਕੇ ਜਿਹਨੂੰ ਜੇਲ੍ਹ ਦੇ ਵਿੱਚ ਭੇਜਤਾ ਇਹਨਾਂ ਨੇ, ਅਕਾਲੀ ਲੀਡਰ, ਉਹ ਤੇ 2-3 ਮਹੀਨੇ ਅੰਦਰ ਰਿਹਾ। ਜੇ ਉਹ ਡਰੱਗਸ ਮਾਫੀਆ ਦੇ ਨਾਲ ਮਿਲਿਆ ਸੀ, ਕੰਮ ਕਰਦਾ ਸੀ, ਤਾਂ ਫਿਰ ਉਹਦੇ ਮਗਰੋਂ ਬੰਦ ਹੋਣਾ ਚਾਹੀਦਾ ਸੀ ਨਾ। ਲੇਕਿਨ ਡਰੱਗਸ ਅੱਜ ਵੀ ਵਿਕ ਰਹੀ ਹੈ, ਬੜੇ ਉੱਚੇ ਪੱਧਰ 'ਤੇ ਵਿਕ ਰਹੀ ਹੈ। ਮੈਂ ਤੁਹਾਡੇ ਪਠਾਨਕੋਟ ਦੀ ਗੱਲ ਦੱਸਣਾ, ਤੁਸੀਂ ਕਿਸੇ ਨਾਲ ਔਨ ਕੈਮਰਾ ਆ ਜਾਓ, ਮੈਂ ਤੁਹਾਨੂੰ ਦੱਸ ਦੇਵਾਂਗਾ ਕਿੱਥੇ ਡਰੱਗਸ ਵਿਕ ਰਹੀ ਹੈ। ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਵੀ ਕਮੀ ਆ ਰਹੀ ਹੈ, ਸਰਕਾਰਾਂ ਦੀ ਵੀ ਕਮੀ ਆ ਰਹੀ ਹੈ। ਅਗਰ ਸਰਕਾਰਾਂ ਚਾਹਣ ਇਸ ਚੀਜ਼ ਨੂੰ ਕੰਟਰੋਲ ਕਰਨਾ, ਮੈਨੂੰ ਲੱਗਦਾ ਹੈਗਾ ਕਿ ਪੁਲਿਸ ਦੇ ਹੱਥ ਖੋਲ੍ਹਣੇ ਪੈਣਗੇ, ਪ੍ਰਸ਼ਾਸਨ ਦੇ ਹੱਥ ਖੋਲ੍ਹਣੇ ਪੈਣਗੇ। ਕੋਈ ਵੀ ਰਾਜਨੀਤਿਕ ਡਰੱਗਸ ਮਾਫੀਆ ਦੇ ਮਗਰ ਨਾ ਜਾਵੇ, ਪੀਣ ਵਾਲਿਆਂ ਦੇ ਮਗਰ ਨਾ ਜਾਵੇ। ਚੋਰੀ ਜਿੱਦਾਂ ਸ਼ਹਿਰਾਂ ਵਿੱਚ ਚੋਰੀਆਂ ਹੋ ਰਹੀਆਂ, ਤਾਂ ਸਾਡੇ ਹੀ ਲੋਕ ਫੋਨ ਮਾਰ ਦਿੰਦੇ ਆ, ਮੇਰਾ ਬੰਦਾ ਜੀ, ਇਹ ਫਲਾਣੇ ਦਾ ਬੰਦਾ। ਉਹ ਕਿਤੇ ਨਾ ਕਿਤੇ ਸਾਡੇ ਲੋਕਾਂ ਦੀ ਬਹੁਤ ਵੱਡੀ ਭੁੱਲ ਹੈ। ਸਾਨੂੰ ਚਾਹੀਦਾ ਐਸੇ ਲੋਕਾਂ ਮਗਰ ਨਹੀਂ ਜਾਣਾ ਚਾਹੀਦਾ, ਪੁਲਿਸ ਦੇ ਹੱਥ ਖੋਲ੍ਹਣੇ ਚਾਹੀਦੇ। ਪੁਲਿਸ ਨੂੰ ਸਿਫਾਰਿਸ਼ ਕਰਨ ਦੀ ਬਜਾਏ ਸਾਨੂੰ ਉਹਨੂੰ ਸਾਬਿਤ ਦੇਣੀ ਚਾਹੀਦੀ ਹੈ, ਤਾਂ ਜੋ ਪੁਲਿਸ ਆਪਣੇ ਵਧੀਆ ਤਰੀਕੇ ਨਾਲ ਕੰਮ ਕਰੇ। ਪ੍ਰਧਾਨ ਜੀ, ਇੱਕ ਬੜੀ ਵਧੀਆ ਗੱਲ ਕਹੀ, ਮੈਨੂੰ ਵੀ ਬੜੀ ਪਸੰਦ ਆਈ, ਕਿਉਂਕਿ 7C ਅਕਸਰ ਸਟਿੰਗ ਕਰਦਾ ਰਹਿੰਦਾ ਹੈ ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਜ਼ਰੂਰ ਤੁਹਾਡੇ ਨਾਲ ਜਾ ਕੇ ਜਿਹੜੇ ਡਰੱਗ ਮਾਫੀਆ ਦੇ ਵਿੱਚ ਲੋਕ ਸ਼ਾਮਿਲ ਨੇ ਉਹਨਾਂ 'ਤੇ ਛਾਪੇਮਾਰੀ ਕਰਾਂਗੇ ਤੁਹਾਡੇ ਸਹਿਯੋਗ ਦੇ ਨਾਲ। ਸੋ ਇੱਕ ਵੱਡਾ ਸਵਾਲ ਹੈ ਜਿਹੜਾ ਕਿ ਆਮ ਆਦਮੀ ਪਾਰਟੀ ਨੇ ਕੁਝ ਅਜਿਹੇ ਫੈਸਲੇ ਲੈਣੇ ਤੇ ਬਾਅਦ ਦੇ ਵਿੱਚ ਉਸ ਫੈਸਲਿਆਂ ਤੋਂ ਬਦਲੀ ਵੀ ਹੈਗੀ ਆ। ਸਭ ਤੋਂ ਵੱਡਾ ਮੁੱਦਾ ਸੀਗਾ ਸਿਕਿਉਰਿਟੀ ਦਾ, ਤੇ ਬਹੁਤ ਸਾਰੇ ਲੀਡਰ ਪੰਜਾਬ ਦੇ ਜਿਨ੍ਹਾਂ ਦੀ ਸਿਕਿਉਰਿਟੀ ਖੋਈ ਗਈ ਆ ਤੇ ਉਹਨੂੰ ਜਨਤਕ ਵੀ ਕੀਤਾ ਗਿਆ, ਜਿਵੇਂ ਕਿ ਸਿੱਧੂ ਮੂਸੇਵਾਲਾ ਦੀ ਸਿਕਿਉਰਿਟੀ ਖੋ ਕੇ ਇੱਕ ਬਹੁਤ ਵੱਡਾ ਜਿਹੜਾ ਕਿ ਮੀਡੀਆ ਦੇ ਵਿੱਚ ਉਹਨੂੰ ਮੁੱਦਾ ਬਣਾ ਦਿੱਤਾ ਗਿਆ ਕਿ ਸਿੱਧੂ ਮੂਸੇਵਾਲਾ ਦੀ ਸਿਕਿਉਰਿਟੀ ਖੋਲੀ ਆ, ਜਿਸ ਤੋਂ ਬਾਅਦ ਨਤੀਜਾ ਅੱਜ ਤੁਹਾਡੇ ਸਾਹਮਣੇ ਹੈ ਕਿ ਇੱਕ ਨੌਜਵਾਨ ਕਿਸੇ ਮਾਂ-ਬਾਪ ਦਾ ਪੁੱਤਰ
ਗੋਲੀਆਂ ਮਾਰ ਕੇ ਜਿਹਦੀ ਕਿ ਹੱਤਿਆ ਕਰ ਦਿੱਤੀ ਕਿ ਦਿਨ ਦਿਹਾੜੇ। ਸੋ ਬਹੁਤ ਵੱਡੀ ਜਿਹੜੀ ਕਿ ਸ਼ਰਮਨਾਕ ਗੱਲ ਹੈ ਪੰਜਾਬ ਦੀ ਇੱਕ ਗੱਲ ਕਰੀਏ ਤੇ ਸਿਕਿਉਰਿਟੀ ਦੇ ਮੁੱਦੇ ਤੋਂ ਬਾਅਦ ਹੁਣ ਉਹਨਾਂ ਨੇ ਫਿਰ ਕਿਹਾ ਕਿ 40 ਜਿਹੜੇ ਕਿ ਜੇ ਲੋਕ ਨੇ ਜਿਹੜੇ VVIP ਆ ਉਹਨਾਂ ਦੀ ਸਿਕਿਉਰਿਟੀ ਫਿਰ ਤੋਂ ਬਹਾਲ ਕਰ ਦਿੱਤੀ ਜਾਵੇ। ਇਸ ਫੈਸਲੇ ਨੂੰ ਲੈ ਕੇ 400 ਪਲੱਸ ਬੰਦੇ ਦੀ ਸਿਕਿਉਰਿਟੀ ਜਿਹੜੀ ਉਹਨਾਂ ਨੇ ਵਿਡਰਾ ਕੀਤੀ ਹੈ। ਮੈਂ ਤੁਹਾਡੀ ਜਾਣਕਾਰੀ ਪੱਤਰ ਦੱਸਾਂਗਾ। ਜਿਸ ਦਿਨ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਵਾਪਸ ਹੋਈ ਆ ਉਹਦੇ ਦੂਸਰੇ ਦਿਨ ਉਸੇ ਦਿਨ ਹੀ ਮੈਂ ਆਪਣਾ ਇੱਕ ਟਵੀਟ ਕੀਤਾ ਸੀਗਾ ਜੀ। ਔਰ ਮੈਂ ਟਵੀਟ ਦੇ ਵਿੱਚ ਸਪੈਸ਼ਲ ਇਹ ਗੱਲ ਲਿਖੀ ਸੀਗੀ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ 'ਚ ਕੁਛ ਨਾ ਕੁਛ ਵੱਡਾ ਹੋਣ ਵਾਲਾ, ਕਿਉਂਕਿ ਸਰਕਾਰ ਜਿਹੜੀ ਹੈਗੀ ਆ ਡਿਸੀਜਨ ਲੈ ਰਹੀ ਆ। ਇਹ ਡਿਸੀਜਨ ਜਿਹੜੇ ਹੈਗੇ ਆ ਇੰਟੈਲੀਜੈਂਸੀ ਲੈ ਸਕਦੀ ਹੈ ਜੀ। ਲਾਅ ਐਂਡ ਆਰਡਰ ਦੀ ਸਥਿਤੀ ਜਿਹਨਾਂ ਦਿੱਤੀ ਉਹ ਲੈ ਸਕਦੀ। ਇਹਦਾ ਮਤਲਬ ਹੈਗਾ ਕਿ ਆਪਾਂ ਪੁਲਿਸ ਦੇ ਕੰਮ ਵੀ ਆਪਾਂ ਆਪੇ ਕਰਦੇ। ਇੱਕ ਲਿਸਟ ਜਾਰੀ ਕੀਤੀ 400 ਪਲੱਸ ਬੰਦੇ ਦੀ, ਉਹਨੂੰ ਸੋਸ਼ਲ ਮੀਡੀਆ 'ਚ ਪਾਇਆ ਜਾਂਦਾ। ਖਾਸ ਕਰਕੇ ਆਮ ਆਦਮੀ ਪਾਰਟੀ ਦੇ ਜਿਹੜੇ ਨੁਮਾਇੰਦੇ ਆ ਉਹ ਆਪਣੇ ਆਪਣੇ ਅਕਾਊਂਟ ਦੇ ਵਿੱਚ ਜਾਰੀ ਕਰਦੇ। ਮਤਲਬ ਕਿ ਇੱਕ ਦਵੇਸ਼ ਦੀ ਰਾਜਨੀਤੀ ਸ਼ੁਰੂ ਹੋ ਗਈ। ਇਹ ਕਾਂਗਰਸ ਸੀਗਾ, ਇਹਦੇ ਕੋਲ 40 ਬੰਦੇ ਨੇ, ਇਹ ਸ਼ਿਵ ਸੈਨਾ ਵਾਲਾ ਸੀਗਾ, ਇਹ ਅਕਾਲੀ ਸੀਗਾ, ਇਹ BJP ਦਾ ਸੀਗਾ। ਇਹ ਚੀਜ਼ਾਂ ਨਹੀਂ ਹੋਣੀ ਚਾਹੀਦੀਆਂ। ਸਿਕਿਉਰਿਟੀ ਦਾ ਮੇਨ ਮਕਸਦ ਜਿਹੜਾ ਹੈਗਾ ਉਹ ਇੰਟੈਲੀਜੈਂਸੀਆਂ ਦੀ ਮਰਜ਼ੀ ਦੇ ਨਾਲ ਬਿਨਾਂ ਸਿਕਿਉਰਿਟੀ ਕਿਸੇ ਨੂੰ ਨਹੀਂ ਮਿਲਦੀ ਵੀ ਆਪਾਂ ਕਿਸੇ ਨੂੰ ਪੈਸੇ ਦੇ ਦਈਏ ਤਾਂ ਸਾਨੂੰ ਸਿਕਿਉਰਿਟੀ ਮਿਲ ਜਾਏਗੀ। ਬਿਲਕੁਲ ਨਹੀਂ ਮਿਲਦੀ। ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਸਰਕਾਰ ਜਾਂ ਜਿਹੜੀਆਂ ਏਜੰਸੀਆਂ ਨੇ ਉਹ ਗੁਪਤ ਰੱਖਦੀਆਂ ਨੇ ਜੀ ਵੀ ਕਿਹਨੂੰ ਦੇਣੀ ਹੈ, ਕਿਹਦੇ ਕੋਲ ਵਾਪਸ ਲੈਣੀ ਹੈ। ਮੰਨ ਲੈਣਾ ਜਿਸ ਤਰ੍ਹਾਂ ਸਰਕਾਰ ਨੇ ਪਿਛਲੇ ਕੱਲ੍ਹ ਹਲਫਨਾਮਾ ਦਿੱਤਾ ਵੀ ਆਪਾਂ 6 ਜੂਨ ਵਾਸਤੇ ਸਿਕਿਉਰਿਟੀਆਂ ਵਾਪਸ ਲਈਏ, ਤਾਂ ਸਰਕਾਰ ਨੂੰ ਚਾਹੀਦਾ ਸੀਗਾ ਪਹਿਲੇ ਵੀ ਇਹ ਜਿਹੜੇ ਲੋਕਾਂ ਦੀਆਂ ਸਿਕਿਉਰਿਟੀਆਂ ਵਾਪਸ ਲਈਆਂ ਉਹਨਾਂ ਨੂੰ ਕਹਿੰਦੇ ਪਬਲਿਕਲੀ ਤੌਰ 'ਤੇ ਵੀ ਤੁਸੀਂ ਭਾਜੀ 2 4 5 ਦਿਨ 6 ਤਰੀਕ ਤੱਕ ਆਪਣੇ ਆਪ ਨੂੰ ਸੇਫ ਰੱਖਣਾ, ਕਿਉਂਕਿ ਸਰਕਾਰ ਨੂੰ ਤੁਹਾਡੀ ਜਿਹੜੀ ਦਿੱਤੀ ਸਿਕਿਉਰਿਟੀ ਉਹਦੀ ਜ਼ਰੂਰਤ ਹੈ ਇਸ ਵੇਲੇ। ਤਾਂ ਮੈਨੂੰ ਲੱਗਦਾ ਲੋਕ ਆਪਣੇ ਆਪ ਨੂੰ ਸੇਫ ਰੱਖਦਿਆਂ ਹੋਇਆ ਕੋਈ ਨਾ ਕੋਈ ਉਪਰਾਲਾ ਜ਼ਰੂਰ ਕਰਦੇ। ਅਤੇ ਇਸ ਕਰਕੇ ਸਰਕਾਰ ਦੀਆਂ ਕਮੀਆਂ ਰਹੀਆਂ ਨੇ। ਮੈਂ ਫਿਰ ਤੋਂ ਤੁਹਾਨੂੰ ਉਹੀ ਗੱਲ ਦੁਹਰਾ ਰਿਹਾ ਵੀ ਸਰਕਾਰ ਜਿਹੜੀ ਆ ਵਿਦਆਊਟ ਐਕਸਪੀਰੀਅੰਸ ਡਿਸੀਜਨ ਲੈ ਲੈਂਦੀ ਆ। ਉਹਦੇ ਵਾਸਤੇ ਕੋਈ ਵੀ ਆਪਣੇ ਮੰਤਰੀ ਮੰਡਲ ਵਿੱਚ ਜਾਂ ਜਿਹੜੇ ਵੱਡੇ ਅਫੀਸਰ ਨੇ ਜਿਹੜੇ ਸਰਕਾਰਾਂ ਚਲਾਉਂਦੇ ਉਹਦੇ ਨਾਲ ਚਰਚਾ ਨਹੀਂ ਕਰਦੀ। ਮਤਲਬ ਕਿ ਘਰ ਤੋਂ ਬਹਿ ਕੇ ਜਾਂ ਜਿਸ ਤਰ੍ਹਾਂ ਦਿੱਲੀ ਤੋਂ ਕੋਈ ਆਰਡਰ ਆਉਂਦਾ ਉਹ ਕਿਹੜੇ ਹਿਸਾਬ ਨਾਲ ਚੱਲ ਰਹੀ। ਜਦੋਂ ਪੰਜਾਬ ਸੂਬਾ ਜਿਹੜਾ ਹੈਗਾ ਜਿਸ ਸੂਬਿਆਂ ਦੀ ਲੜਾਈ ਪਿਛਲੇ ਦਿਨਾਂ ਪੂਰੇ ਪੰਜਾਬ ਦੇ ਕਿਸਾਨਾਂ ਨੇ ਪੰਜਾਬ ਦੀ ਲੜਾਈ ਲੜੀ ਤੇ ਪੰਜਾਬ ਦਾ ਪਾਣੀ ਬਾਹਰ ਜਾ ਰਿਹਾ ਜੀ। ਅੱਜ ਉਹੀ ਸਰਕਾਰ ਪੰਜਾਬ ਦੀ ਮਿਲ ਕੇ ਦਿੱਲੀ ਦੀ ਸਰਕਾਰ ਨਾਲ ਕੋਈ ਗਠਬੰਧਨ ਕਰਦੀ ਹੈ ਜੀ ਆਮ ਆਦਮੀ ਪਾਰਟੀ ਦੇ। ਕਿਤੇ ਨਾ ਕਿਤੇ ਪੰਜਾਬ ਦੇ ਲੋਕ ਵੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਨੇ। ਦੂਸਰਾ ਅੱਜ ਲੋਕ ਇਹ ਸੋਚਣ ਦੇ ਬੇਵੱਸ ਹੋ ਗਏ ਨੇ, ਮਜਬੂਰ ਹੋ ਗਏ ਨੇ ਕਿ ਆਪਾਂ ਇਹ ਜਿਹੜਾ ਡਿਸੀਜਨ ਲਿਆ ਸੀਗਾ ਇਹ ਬਹੁਤ ਗਲਤ ਲਿਆ ਸੀਗਾ। ਇਹਦੇ ਨਾਲ ਪੰਜਾਬ ਦੇ ਵਿੱਚ ਜਿਹੜਾ ਨੁਕਸਾਨ ਹੋਣਾ ਪੰਜਾਬ ਨੂੰ ਇਹਦਾ ਫਾਇਦਾ ਕੋਈ ਨਹੀਂ ਹੋਣ ਲੱਗਾ, ਕਿਉਂਕਿ ਪੰਜਾਬ ਨੇ ਬਹੁਤ ਸੰਤਾਪ ਭੋਗਿਆ ਜੀ। ਪੰਜਾਬ ਨੇ ਬਹੁਤ ਸੰਤਾਪ ਭੋਗਿਆ ਔਰ ਆਏ ਹੁਣ ਜੋ ਕੁਝ ਚੱਲ ਰਿਹਾ ਪੰਜਾਬ ਦੇ ਵਿੱਚ ਡੇਲੀ ਕਿਤੇ ਨਾ ਕਿਤੇ ਗੋਲੀ ਚੱਲ ਰਹੀ ਹੈ, ਕਿਤੇ ਨਾ ਦੇਖੋ ਇੰਟੈਲੀਜੈਂਸੀ ਦਾ ਇੱਕ ਹੈੱਡਕੁਆਟਰ ਰਾਕਟ ਲਾਂਚਰ ਨਾਲ ਉਹਦੇ 'ਤੇ ਹਮਲਾ ਹੁੰਦਾ। ਰਾਕਟ ਲਾਂਚਰ ਆਪਾਂ ਛੋਟੇ ਹੁੰਦੇ ਸੀ ਸੁਣਦੇ ਸੀ ਅਫਗਾਨਿਸਤਾਨ 'ਚ ਚੱਲਦੇ ਨੇ ਜੀ। ਲੇਕਿਨ ਆਪਾਂ ਪੰਜਾਬ ਨੂੰ ਕੀ ਬਣਾਉਣਾ ਚਾਹੁੰਦੇ ਹਾਂ? ਤਾਲਿਬਾਨ ਬਣਾਉਣਾ ਚਾਹੁੰਦੇ ਹਾਂ, ਅਫਗਾਨਿਸਤਾਨ ਬਣਾਉਣਾ ਚਾਹੁੰਦੇ ਹਾਂ। ਜੇ ਬੰਦਾ ਇੱਕ CM ਪਦ 'ਤੇ ਬਹਿ ਕੇ ਬਦਲੇ ਦੀ ਰਾਜਨੀਤੀ ਕਰੂਗਾ ਤਾਂ ਉਹ ਸਰਕਾਰ ਪੰਜਾਬ ਦੇ ਵਿੱਚ ਨਹੀਂ ਚਲਾ ਸਕਦਾ। ਉਸ ਵਿਅਕਤੀ ਨੂੰ ਚਾਹੀਦਾ ਵੀ ਏਜੰਸੀਆਂ ਦਾ ਕੰਮ ਏਜੰਸੀਆਂ ਨੂੰ ਦਿੱਤਾ ਜਾਵੇ। ਤੁਸੀਂ ਪੰਜਾਬ ਦੇ CM ਹੋ, ਤੁਸੀਂ ਲੋਕਾਂ ਦੀ ਭਲਾਈ ਵਾਸਤੇ ਸੋਚੋ ਵੀ ਮੈਂ ਕਿਸਾਨਾਂ ਵਾਸਤੇ ਕੀ ਕਰਨਾ, ਮੈਂ ਪੰਜਾਬ ਦੇ ਪਾਣੀ ਨੂੰ ਬਚਾਉਣ ਵਾਸਤੇ ਕੀ ਕਰਨਾ। ਜਿਹੜਾ ਡਰੱਗਜ਼ ਮਾਫੀਆ ਉਹਦੀ ਰਿਪੋਰਟ ਲਵੋ ਤੁਸੀਂ ਪੁਲਿਸ ਕੋਲੋਂ। ਅਸੀਂ ਤਾਂ ਬਾਰ-ਬਾਰ ਕਿਹਾ ਵੀ ਡਰੱਗਜ਼ ਮਾਫੀਆ ਅੱਜ ਦਾ ਥੋੜ੍ਹੀ ਚੱਲ ਰਿਹਾ, ਬਹੁਤ ਪੁਰਾਣਾ ਚੱਲ ਰਿਹਾ। ਕਿਹਦੀ ਛਤਰ ਛਾਇਆ 'ਚ ਚੱਲ ਰਿਹਾ। ਇਹ ਸਰਕਾਰਾਂ ਦਾ ਕੰਮ ਹੈ। ਜਿੱਥੇ ਪਿਛਲੀਆਂ ਸਰਕਾਰਾਂ ਨਹੀਂ ਪੁੱਜੀਆਂ ਉਹਨਾਂ ਨੂੰ ਚਾਹੀਦਾ। ਤਾਂ ਅੱਜ ਜਿਹੜਾ ਵਿਪਕਸ਼ ਕਰ ਰਿਹਾ, ਜਿਹੜਾ ਸਾਡਾ ਅੱਜ ਵਿਪਕਸ਼ ਕਰ ਰਿਹਾ, ਕਿਤੇ ਨਾ ਕਿਤੇ ਉਹਦਾ ਵੀ ਦੋਸ਼ ਹੈਗਾ, ਕਿਉਂਕਿ ਵਿਪਕਸ਼ ਉਹਨਾਂ ਲੋਕਾਂ ਨਾਲ ਜਾ ਕੇ ਮਿਲ ਗਿਆ ਜਿਹੜੇ ਲੋਕ ਪੰਜਾਬ ਨੂੰ ਤੋੜਨ ਦੀ ਗੱਲ ਕਰਦੇ ਆ, ਜਿਹੜੇ ਲੋਕ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੇ ਆ, ਜਿਹੜੇ ਲੋਕ ISI ਦੇ ਇਸ਼ਾਰੇ ਦੇ ਉੱਪਰ ਪੰਜਾਬ ਦੇ ਵਿੱਚ ਖੂਨ ਦੀ ਹੋਲੀ ਖੇਡਣਾ ਚਾਹੁੰਦੇ ਨੇ। ਉਹਨਾਂ ਦੇ ਨਾਲ ਇੱਕ ਗਠਬੰਧਨ ਕਰ ਲਿਆ ਵਿਪਕਸ਼ ਨੇ, ਖਾਸ ਕਰਕੇ ਅਕਾਲੀ ਦਲ ਨੇ, ਮਾਨ ਗਰੁੱਪ ਦੇ ਨਾਲ, ਜਿਨ੍ਹਾਂ ਨੇ ਕਦੀ ਪੰਜਾਬ ਦਾ ਭਲਾ ਨਹੀਂ ਸਮਝਿਆ। ਜਿਹੜੇ ਕਹਿੰਦੇ ਆ ਵੀ ਆਪਾਂ ਹਿੰਦੁਸਤਾਨ ਦੀਆਂ ਏਜੰਸੀਆਂ ਨੂੰ ਨਹੀਂ ਮੰਨਦੇ, ਹਿੰਦੁਸਤਾਨ ਦੇ ਸੰਵਿਧਾਨ ਨੂੰ ਨਹੀਂ ਮੰਨਦੇ, ਹਿੰਦੁਸਤਾਨ ਦੇ ਨੈਸ਼ਨਲ ਫਲੈਗ ਨੂੰ ਨਹੀਂ ਮੰਨਦੇ। ਅਤੇ ਫਿਰ ਜਿਹੜੇ ਲੋਕ ਹਿੰਦੁਸਤਾਨ ਨੂੰ ਮੰਨਦੇ ਨਹੀਂ ਹੈਗੇ, ਭਾਰਤ ਮਾਂ ਨੂੰ ਨਹੀਂ ਮੰਨਦੇ, ਅਤੇ ਮੈਨੂੰ ਲੱਗਦਾ ਉਹਨਾਂ ਲੋਕਾਂ ਦਾ ਵੀ ਬਹੁਤ ਵੱਡਾ ਦੋਸ਼ ਹੈਗਾ ਪੰਜਾਬ ਦਾ ਨੁਕਸਾਨ ਕਰਨ 'ਚ। ਐਸੇ ਲੋਕਾਂ ਨੂੰ ਪੰਜਾਬ ਦੇ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ। ਮੈਨੂੰ ਚਾਹੀਦਾ ਮਾਨ ਸਾਹਿਬ ਜਿਹੜੇ ਲੋਕ ਕਹਿੰਦੇ ਆ ਵੀ ਆਪਾਂ ਹਿੰਦੁਸਤਾਨ ਨੂੰ ਨਹੀਂ ਮੰਨਦੇ, ਉੱਥੋਂ ਦਾ ਸੰਵਿਧਾਨ ਨੂੰ ਨਹੀਂ ਮੰਨਦਾ, ਉਹਨਾਂ ਦਾ ਬੋਰੀ ਬਿਸਤਰਾ ਗੋਲ ਕਰੋ, ਉਹਨਾਂ ਤੱਕ ਕਾਨੂੰਨੀ ਕਾਰਵਾਈ ਦਾ ਸਕੰਜਾ ਕੱਸ ਕੇ ਜਿਹੜੇ ਦੇਸ਼ ਦੇ ਸੰਵਿਧਾਨ ਨੂੰ ਮੰਨਦੇ ਉੱਥੇ ਭੇਜੋ ਜੀ। ਪ੍ਰਧਾਨ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਸੈਵਨ ਸੀ ਤੇ ਬਹੁਤ ਹੀ ਸਾਡਾ ਇੱਕ ਹੋਣਹਾਰ ਜਿਹੜਾ ਨਿਊਜ਼ ਚੈਨਲ ਹੈ, ਕਿਉਂਕਿ ਅੱਜ 7C ਨੂੰ ਪੂਰਾ ਹਿੰਦੁਸਤਾਨ ਹੀ ਪੂਰਾ ਵਿਸ਼ਵ ਜਾਣਨਾ ਸ਼ੁਰੂ ਕਰ ਗਿਆ। ਬਹੁਤ ਬਹੁਤ ਧੰਨਵਾਦ।
ਜੀ ਸੋ ਦਰਸ਼ਕੋ ਸਾਡੇ ਨਾਲ ਜੁੜੇ ਸਨ ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਜੀ। ਸੋ ਬਹੁਤ ਸਾਰੇ ਮੁੱਦਿਆਂ ਤੇ ਗੱਲਬਾਤ ਕੀਤੀ ਹੈ, ਖਾਸ ਤੌਰ ਤੇ ਪੰਜਾਬ ਦੇ ਵਿੱਚ ਜਿਹੜਾ ਲਾਅ ਐਂਡ ਆਰਡਰ ਵਿਗੜਿਆ ਪਿਆ ਉਸ ਨੂੰ ਲੈ ਕੇ, ਕਿਉਂਕਿ ਬਹੁਤ ਸਾਰੇ ਗਲਤੀਆਂ ਹੋਈਆਂ ਨੇ, ਬਹੁਤ ਸਾਰੇ ਕਤਲकांड ਵੀ ਹੋਏ ਨੇ ਤੇ ਇੱਕ ਮਸ਼ਹੂਰ ਕਲਾਕਾਰ ਜਨਤਕ ਕਰਨ ਦੇ ਨਾਲ, ਕਿਉਂਕਿ ਜਿਹੜੀ ਸਿਕਿਉਰਿਟੀ ਖੋਈ ਗਈ ਉਹਨੂੰ ਜਨਤਕ ਕੀਤਾ ਗਿਆ ਤੇ ਉਸ ਤੋਂ ਦੂਜੇ ਦਿਨ ਤੋਂ ਬਾਅਦ ਉਹਦਾ ਕਤਲ ਕਰ ਦਿੱਤਾ ਗਿਆ। ਸੋ ਕੁੰਵਰ ਵਿਜੇ ਪ੍ਰਤਾਪ ਦਾ ਨਾਮ ਆ ਰਿਹਾ ਕਿ ਬਹੁਤ ਐਕਸਪੀਰੀਅੰਸ ਨੇ, IG ਰਹਿ ਚੁੱਕੇ ਨੇ, ਉਹਨਾਂ ਨੂੰ ਕਿਉਂ ਮੰਤਰੀ ਮੰਡਲ ਦੇ ਵਿੱਚ ਜਗ੍ਹਾ ਨਹੀਂ ਦਿੱਤੀ ਗਈ? ਸੋ ਬਹੁਤ ਵੱਡਾ ਸਵਾਲ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਲਈ। 3 ਮਹੀਨਿਆਂ ਤੋਂ ਬਾਅਦ ਹੀ ਲੋਕਾਂ ਨੇ ਹੁਣ ਵੱਡੇ ਵੱਡੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਨੇ। ਸੋ ਮੈਨੂੰ ਰਮਨਦੀਪ ਸਿੰਘ ਨੂੰ ਦਿਓ ਇਜਾਜ਼ਤ, ਦੇਖਦੇ ਰਹੋ 7C ਨਿਊਜ਼।